ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਵੇਂ ਦਿਨ ਤੁਹਾਡੀ ਤਿਆਰੀ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਪੰਜਵਾਂ ਦਿਨ ਆ ਅੱਜ ਆਪਾਂ ਆਪਣੀ NCERT ਭੂਗੋਲ ਜੀਓਗ੍ਰਾਫੀ ਦਾ ਲੈਕਚਰ 4। ਅੱਜ ਜੋ ਆਪਾਂ ਸ਼ੁਰੂ ਕਰਨਾ, ਦੇਖੋ ਹੁਣ ਆਪਾਂ ਹੌਲੀ ਹੌਲੀ ਧਰਤੀ ਦੀ ਅੱਡ-ਅੱਡ ਚੀਜ਼ਾਂ ਬਾਰੇ ਪੜ੍ਹਨਾ ਸ਼ੁਰੂ ਕਰਨਾ। ਆਪਾਂ ਆਪਣੇ ਵਾਤਾਵਰਣ ਬਾਰੇ ਪੜਾਂਗੇ, ਲਿਥੋਸਫੀਅਰ ਬਾਰੇ ਪੜਾਂਗੇ, ਅੱਗੇ ਜਾ ਕੇ ਫਸਲਾਂ ਦੇ ਵੀ ਕਿਉਂਕਿ ਸਵਾਲ ਆਉਂਦੇ ਆ, ਉਹਨਾਂ ਉੱਤੇ ਵੀ ਆਪਾਂ ਸਵਾਲਾਂ ਬਾਰੇ ਪੜਾਂਗੇ। ਤੇ ਹੁਣ ਜਿਹੜੀ ਚੀਜ਼ ਹੈ, ਹੁਣ ਆਪਾਂ ਧਰਤੀ ਦੇ ਉਹ ਕਨਸੈਪਟ ਕਰਨੇ ਸ਼ੁਰੂ ਹੋਏ ਜਿੱਥੋਂ ਸਭ ਤੋਂ ਜ਼ਿਆਦਾ ਕੁਐਸਚਨ ਆਉਂਦੇ ਆ। ਹੁਣ ਜਿਹੜੇ ਚੈਪਟਰ ਸ਼ੁਰੂ ਹੋਣਗੇ, ਪਰ ਇਹ ਵੀ ਮੈਂ ਤੁਹਾਨੂੰ ਦੱਸਦਾ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, NCERT ਦਾ ਆਪਣਾ ਸਾਰਾ ਮੋਡਿਊਲ ਇੱਕ ਬੇਸ ਬਣਾਉਣ ਲਈ ਹੈ, ਕਿਉਂਕਿ ਇੱਥੇ ਆਪਾਂ ਤੁਹਾਨੂੰ ਕੋਈ ਚੀਜ਼ਾਂ, ਜਿਹੜੇ ਕਨਸੈਪਟ ਹੈ, ਜਿਹੜੇ ਕਈ ਵਾਰੀ ਕਿਤਾਬਾਂ ਦੇ ਅੰਦਰ ਕਵਰ ਨਹੀਂ ਹੁੰਦੇ, ਜਾਂ ਜਦੋਂ ਆਪਾਂ ਕਿਤਾਬ ਪੜਾਂਗੇ ਉੱਥੇ ਆਪਣਾ ਟਾਈਮ ਬਰਬਾਦ ਨਾ ਹੋਵੇ, ਤਾਂ ਇੱਥੇ ਆਪਾਂ ਇੱਕ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਆਪਾਂ ਜੋ ਵੀ ਕਨਸੈਪਟ ਹੈ, ਕਿੱਦਾਂ ਕੋਈ ਚੀਜ਼ ਹੁੰਦੀ ਹੈ, ਇਹ ਚੀਜ਼ਾਂ ਆਪਣੀ ਸਿੱਖਣ ਦੀ ਕੋਸ਼ਿਸ਼ ਹੈ। ਅੱਗੇ ਆਪਾਂ ਜਦੋਂ ਕਿਤਾਬਾਂ ਵਿੱਚ ਕਰਾਂਗੇ, ਉਸ ਵਿੱਚ ਵੀ ਆਪਾਂ ਪੜ੍ਹਨ ਦਾ ਤਰੀਕਾ ਇਹੀ ਰਹੂਗਾ ਕਿ ਆਪਾਂ ਰੱਟੇ ਨਾ ਮਾਰੀਏ, ਆਪਾਂ ਹਮੇਸ਼ਾ ਸਮਝੀਏ ਕਿ ਕੋਈ ਚੀਜ਼ ਕਿਉਂ ਹੋ ਰਹੀ ਹੈ। ਕਿਉਂਕਿ ਜੇ ਮੈਂ ਤੁਹਾਨੂੰ ਇਹ ਚੀਜ਼ ਸਮਝਾ ਪਾਇਆ ਕਿ ਕੋਈ ਚੀਜ਼ ਕਿੱਦਾਂ ਹੋ ਰਹੀ ਹੈ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋਵੋਗੇ, ਜੋ ਮਰਜ਼ੀ ਕਰ ਰਹੇ ਹੋਵੋਗੇ, ਜੇ ਤੁਹਾਡੇ ਦਿਮਾਗ ਵਿੱਚ ਕਨਸੈਪਟ ਹੈ ਨਾ, ਇੱਕ ਤਾਂ ਤੁਹਾਨੂੰ ਉਸੇ ਟਾਈਮ ਹੀ ਯਾਦ ਆ ਰਿਹਾ ਹੋਊਗਾ, ਤਾਂ ਇੱਕ ਤਰੀਕੇ ਦੀ ਰਿਵੀਜ਼ਨ ਹੀ ਹੈ। ਤੇ ਦੂਜੀ ਚੀਜ਼, ਬੋਲਣ ਨੂੰ ਵੀ ਚੰਗਾ ਲੱਗਦਾ ਕਿ ਹਾਂ ਬੰਦਾ ਕੋਈ ਤਿਆਰੀ ਕਰ ਰਿਹਾ, ਤਾਂ ਓਬਵੀਅਸਲੀ ਤੁਸੀਂ ਆਪਣੀ ਨੌਲੇਜ ਵੀ ਦਿਖਾ ਸਕਦੇ ਹੋ ਲੋਕਾਂ ਨੂੰ ਕਿ ਹਾਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਪਤਾ ਹੈ ਕਿ ਕੋਈ ਚੀਜ਼ ਕਿਉਂ ਹੋ ਰਹੀ ਹੈ। ਸਿਰਫ ਰੱਟਾ ਨਹੀਂ ਮਾਰਿਆ, ਇਸ ਇਨਸਾਨ ਨੂੰ ਐਕਚੁਅਲੀ ਨੌਲੇਜ ਹੈ, ਤਾਂ ਤੁਹਾਨੂੰ ਪੂਰੀ ਲਾਈਫ ਲਈ ਇਹ ਚੀਜ਼ ਲਈ ਤਿਆਰ ਕੀਤਾ ਜਾ ਰਿਹਾ। ਤਾਂ ਇਹ ਜਿਹੜੀ ਚੀਜ਼ ਆ, ਆਪਾਂ ਲਿਥੋਸਫੀਅਰ ਦਾ ਅੱਜ ਆਪਾਂ ਚੈਪਟਰ ਸ਼ੁਰੂ ਕਰਨਾ। ਲਿਥੋਸਫੀਅਰ, ਹੁਣ ਲਿਥੋਸਫੀਅਰ ਚੈਪਟਰ ਦਾ ਮਤਲਬ ਕੀ ਹੁੰਦਾ? ਦੇਖੋ, ਜਦ ਵੀ ਆਪਾਂ ਲਿਥ ਵਰਡ ਪੜਾਂਗੇ ਨਾ, ਜੀਓਗ੍ਰਾਫੀ ਵਿੱਚ, ਭੂਗੋਲ ਵਿੱਚ, ਕਦੇ ਵੀ ਆਪਾਂ ਲਿਥ ਵਰਡ ਪੜਾਂਗੇ, ਲਿਥ ਵਰਡ ਦਾ ਮਤਲਬ ਇਹ, ਆਪਾਂ ਕਿਉਂਕਿ ਹਿਸਟਰੀ ਵਿੱਚ ਵੀ ਜਾ ਕੇ ਪੜਾਂਗੇ, ਜਦੋਂ ਆਪਾਂ ਬਿਲਕੁਲ ਇਨਸਾਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਆਪਾਂ ਕਿੱਦਾਂ ਰਹਿੰਦੇ ਸੀ, ਉੱਥੇ ਵੀ ਇਹ ਵਰਡ ਆਊਗਾ। ਤੇ ਇਸ ਕਾਰਨ ਲਿਥ ਵਰਡ ਤੁਸੀਂ ਕਦੀ ਵੀ ਕਿਤੇ ਵੀ ਪੜੋਗੇ, ਇਹਦਾ ਹਮੇਸ਼ਾ ਮਤਲਬ ਹੀ ਹੁੰਦਾ ਚੱਟਾਨ ਜਾਂ ਪੱਥਰ ਤੋਂ। ਤਾਂ ਲਿਥੋਸਫੀਅਰ ਕੀ ਹੋਇਆ ਕਿ ਦੇਖੋ, ਜਿੰਨੀ ਵੀ ਆਪਣੀ ਚੱਟਾਨਾਂ, ਪੱਥਰ, ਪਹਾੜ, ਮਿੱਟੀ, ਯਾਨੀ ਕਿ ਆਪਣੀ ਜਿੰਨੀ ਧਰਤੀ ਜਿਹੜੀ ਆਪਣੀ ਪੈਰਾਂ ਥੱਲੇ ਆ, ਇਹ ਸਾਰੀ ਧਰਤੀ, ਇਸ ਚੀਜ਼ ਬਾਰੇ ਆਪਾਂ ਪੜਾਂਗੇ। ਤਾਂ ਲਿਥੋਸਫੀਅਰ ਜਿਹੜਾ ਆਪਣੇ ਆਪ 'ਚ ਪੂਰਾ ਸਬਜੈਕਟ ਹੈ, ਲਿਥੋਸਫੀਅਰ ਆਪਣੇ ਆਪ ਸਬਜੈਕਟ ਵੀ ਹੁੰਦਾ, ਲੋਕ ਇਹਦੇ ਉੱਤੇ ਪੂਰੀ ਰਿਸਰਚ ਕਰਦੇ, ਡਿਗਰੀਆਂ ਕਰਦੇ ਆ। ਇਹ ਹੈਗੀ ਹੈ ਧਰਤੀ ਦੀ ਸਤਹ ਦਾ ਅਧਿਐਨ, ਠੀਕ ਹੈ। ਹੁਣ ਇਸ ਚੀਜ਼ ਵਿੱਚ ਆਪਾਂ ਸਾਰੀਆਂ ਚੀਜ਼ਾਂ ਪੜਾਂਗੇ ਕਿ ਧਰਤੀ ਬਣੀ ਕਿਸ ਤਰੀਕੇ ਨਾਲ ਹੋਈ ਹੈ, ਧਰਤੀ ਦੇ ਅੰਦਰ ਕਿਹੜੀ ਕਿਹੜੀ ਲੇਅਰ ਬਣੀਆਂ ਹੋਈਆਂ, ਕਿੱਦਾਂ ਬਣੀਆਂ, ਠੀਕ ਹੈ, ਉਹਨਾਂ ਦੇ ਕਾਰਨ ਧਰਤੀ ਤੇ ਕੀ ਅਸਰ ਆਉਂਦਾ, ਇਹ ਸਭ ਕੁਝ ਵੀ ਆਪਾਂ ਪੜਾਂਗੇ। ਦੇਖੋ, ਫਿਰ ਦੱਸਦਾ ਕਿ ਆਪਾਂ ਜਿੰਨੀ ਡਿਟੇਲ ਜਾਂ ਜਿਹੜੇ ਪੁਆਇੰਟ ਆਪਾਂ ਪ੍ਰੀਲਿਮਸ ਤੇ ਮੇਨਲੀ ਕਵਰ ਕਰਨੇ ਆ, ਉਹ ਅੱਗੇ ਬੁੱਕ ਵਿੱਚ, ਪਰ ਇੱਥੇ ਆਪਾਂ ਇੱਕ ਪੂਰਾ ਬੇਸਿਕ ਸਟਰਕਚਰ ਪੜ ਜਾਾਂਗੇ ਕਿ ਧਰਤੀ ਦਿਖਦੀ ਕਿੱਦਾਂ, ਠੀਕ ਹੈ। ਅਗਲੇ ਲੈਕਚਰ ਵਿੱਚ ਸਿਰਫ ਤੁਹਾਨੂੰ ਇੱਕ ਦਿਖਾਉਣ ਲਈ ਜਿਹੜੇ ਮੇਰੇ ਨੋਟਸ ਹੈ, ਇਸ ਤਰੀਕੇ ਨਾਲ ਕੈਮਰਾ ਉਹਨੂੰ ਹੱਥਾਂ ਦੇ ਕਾਰਨ ਆਹ ਇਦਾਂ ਦਾ ਪੂਰਾ ਧਰਤੀ ਦੇ ਅੰਦਰ ਦੀ ਡਾਇਗਰਾਮ ਆਪਾਂ ਬਣਾਵਾਂਗੇ ਕਿ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਲੇਅਰ ਬਣੀ ਹੋਈ ਹੈ। ਇਸ ਚੀਜ਼ ਨੂੰ ਮੈਂ ਪੂਰੀ ਤਰੀਕੇ ਨਾਲ ਡਿਟੇਲ ਵਿੱਚ ਤੁਹਾਨੂੰ ਸਮਝਾਊਂਗਾ। ਇਹਦੇ ਇਲਾਵਾ ਭੂਚਾਲ ਕਿਉਂ ਆਉਂਦੇ ਆ, ਤੇ ਉਹਨਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਕਿਸ ਕਿਸ ਤਰੀਕੇ ਨਾਲ ਪੜ੍ਹਦੇ ਹਾਂ, ਤੇ ਕਿੱਥੇ ਕਿੱਥੇ ਕਈ ਵਾਰੀ ਭੂਚਾਲ ਡਿਟੈਕਟ ਨਹੀਂ ਵੀ ਹੁੰਦੇ, ਕਿਉਂ ਨਹੀਂ ਹੁੰਦੇ, ਉਹ ਸਭ ਕੁਝ ਆਪਾਂ ਪੜਾਂਗੇ ਇੱਥੇ। ਉਸ ਤੋਂ ਬਾਅਦ ਭੂਮੀ ਦੇ ਜਿਹੜੇ ਅੱਡ-ਅੱਡ ਰੂਪ ਹੈ, ਪਹਾੜ ਕਿੱਦਾਂ ਬਣੇ ਆ, ਪਹਾੜਾਂ ਦੇ ਵੀ ਅੱਡ-ਅੱਡ ਜਿਹੜੇ ਟਾਈਪ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਇਹਨਾਂ ਦਾ ਸਾਰਿਆਂ ਦਾ ਬੇਸ ਆਪਾਂ ਇੱਥੇ ਕਵਰ ਕਰ ਦਾਂਗੇ, ਠੀਕ ਹੈ, ਤਾਂ ਕਿ ਆਪਾਂ ਨੂੰ ਸਮਝ ਆਉਣ ਲੱਗ ਜੇ ਕਿਹੜੀ ਚੀਜ਼ ਹੈ। ਦੇਖੋ, ਜਿਹੜਾ ਅੱਜ ਆਪਣਾ ਪਹਿਲਾ ਲੈਕਚਰ ਹੈ, ਇਹ ਲੈਕਚਰ ਲਿਥੋਸਫੀਅਰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਾਂ ਨੂੰ ਕੁਝ ਕਨਸੈਪਟ ਪਤਾ ਹੋਣੇ ਚਾਹੀਦੇ ਆ, ਕੁਝ ਆਪਾਂ ਨੂੰ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਉਸ ਬਾਰੇ ਆ। ਜਿਵੇਂ ਸਭ ਤੋਂ ਪਹਿਲਾ ਜਿਹੜਾ ਆਪਣਾ ਕਨਸੈਪਟ ਹੈ, ਉਹ ਹੈਗਾ ਘਣਤਾ ਕੀ ਹੁੰਦੀ ਆ। ਘਣਤਾ, ਜਿਹਨੂੰ ਇੰਗਲਿਸ਼ ਡੈਂਸਿਟੀ ਕਹਿੰਦੇ ਆ, ਇਹ ਕਿਸ ਚੀਜ਼ ਨੂੰ ਕਹਿੰਦੇ ਆ ਆਪਾਂ? ਦੇਖੋ, ਜਿਹੜੀ ਡੈਂਸਿਟੀ ਜਾਂ ਘਣਤਾ ਹੁੰਦੀ ਹੈ, ਇਹਦਾ ਬੇਸਿਕਲੀ ਮਤਲਬ ਹੁੰਦਾ ਕਿ ਕੋਈ ਚੀਜ਼ ਕਿੰਨੀ ਕੁ ਗਾੜੀ ਹੈ, ਠੀਕ ਹੈ। ਹੁਣ ਗਾੜੀ ਚੀਜ਼ ਦੇਖਣ ਵਿੱਚ ਕਿਦਾਂ ਦਿਖਦੀ ਹੈ? ਦੇਖੋ, ਹਰ ਚੀਜ਼ ਦੁਨੀਆ ਦੀ, ਆਪਾਂ ਸਾਰੀ ਦੁਨੀਆ ਦੀ ਕੋਈ ਵੀ ਚੀਜ਼ ਹੋਵੇ, ਆਪਾਂ ਹਰ ਚੀਜ਼ ਨੂੰ ਕਹਿੰਦੇ ਆ ਕਿ
ਆਪਣੀ ਦੁਨੀਆ ਦਾ ਹਰ ਕੋਈ ਵੀ, ਚਾਹੇ ਵ੍ਰਿਕਸ਼ ਹੋਵੇ, ਇਨਸਾਨ ਹੋਵੇ, ਕੋਈ ਹੋਰ ਚੀਜ਼ ਹੋਵੇ, ਹਰ ਚੀਜ਼ ਕਣਾਂ ਤੋਂ ਬਣੀ ਹੋਈ ਹੈ, ਐਟਮਸ ਤੋਂ ਬਣੀ ਹੋਈ ਹੈ। ਹੁਣ ਇੱਥੇ ਜਿਹੜੀ ਡੈਂਸਿਟੀ ਹੈ, ਡੈਂਸਿਟੀ ਦਾ ਕਨਸੈਪਟ ਵੀ ਕਣਾਂ ਤੇ ਹੀ ਜਾਂਦਾ ਹੈ। ਹੁਣ ਦੇਖੋ, ਸਭ ਤੋਂ ਪਹਿਲਾਂ ਮੰਨ ਲਓ ਆਹ ਇੱਕ ਲੱਕੜ ਹੈ, ਠੀਕ ਹੈ, ਪੂਰੇ ਰੰਗ ਚ ਬਣਾ ਦਿੰਨੇ ਆ, ਠੀਕ ਹੈ। ਹੁਣ ਲੱਕੜ ਦੇ ਛੋਟੇ ਜਿਹੇ ਟੁਕੜੇ ਦੇ ਅੰਦਰ ਵੀ ਕਣ ਹੋਣਗੇ, ਪਰ ਜਿਹੜੀ ਲੱਕੜ ਹੁੰਦੀ ਹੈ ਇਹਦੇ ਕਣਾਂ 'ਚ ਫਰਕ ਕੀ ਹੁੰਦਾ ਕਿ ਦੇਖੋ, ਇਹਦੇ ਨਾ ਸਾਰੇ ਕਣ ਇੱਕ ਦੂਜੇ ਨਾਲ ਬਿਲਕੁਲ ਜੁੜੇ ਨਹੀਂ ਹੁੰਦੇ, ਜਿਹਦੇ ਕਾਰਨ ਕੀ ਹੁੰਦਾ, ਜਿਹੜੇ ਵਿੱਚ ਜਿੰਨਾ ਵੀ ਗੈਪ ਬਚਿਆ, ਜਿੰਨੀ ਵੀ ਜਗ੍ਹਾ ਬਚੀ ਹੋਈ ਹੈ, ਇਹਦੇ ਵਿੱਚ ਨਾ ਹਵਾ ਦੇ ਕਣ ਆ ਜਾਂਦੇ ਆ। ਦੇਖੋ ਕੋਈ ਵੀ ਚੀਜ਼ ਹੈ, ਹਵਾ ਜਿਹੜੀ ਹੈ, ਜੇ ਤੁਸੀਂ ਹਵਾ ਨੂੰ ਦੇਖੋ, ਹਵਾ ਆਪਣੇ ਚਾਰੋਂ ਪਾਸੇ ਹੈ, ਹਵਾ ਹਰ ਜਗ੍ਹਾ ਨੂੰ ਭਰ ਕੇ ਰੱਖਦੀ ਹੈ, ਕੋਈ ਵੀ ਜਗ੍ਹਾ ਖਾਲੀ ਨਹੀਂ ਪਈ ਹੋਈ, ਠੀਕ ਹੈ। ਕਿਤੇ ਕੋਈ ਗਲਾਸ ਖਾਲੀ ਪਿਆ ਹੋਊਗਾ, ਕਿਤੇ ਕੁਝ ਵੀ, ਮਤਲਬ ਅੰਦਰ ਨੂੰ ਖਾਲੀ ਚਾਹੇ ਆਪਾਂ ਨੂੰ ਦਿਖ ਰਿਹਾ, ਘੱਟੋ ਘੱਟ ਉਹਦੇ ਅੰਦਰ ਹਵਾ ਤਾਂ ਆਪਣੇ ਆਪ ਹੀ ਚਲੀ ਜਾਂਦੀ ਹੈ। ਤਾਂ ਜਿੱਥੇ ਹਵਾ ਨੂੰ ਜਿੰਨੀ ਕੋ ਖਾਲੀ ਜਗ੍ਹਾ ਮਿਲਦੀ ਹੈ, ਹਵਾ ਉਸ ਨੂੰ ਭਰ ਦਿੰਦੀ ਹੈ, ਠੀਕ ਹੈ। ਤੇ ਇਸ ਕਾਰਨ ਜਿਹੜੀ ਲੱਕੜ ਵੀ ਹੁੰਦੀ ਹੈ ਨਾ, ਲੱਕੜ ਦੇ ਅੰਦਰ ਹਵਾ ਹੁੰਦੀ ਹੈ, ਠੀਕ ਹੈ। ਤਾਂ ਲੱਕੜ ਦੇ ਅੰਦਰ ਵੀ ਜਿਹੜੇ ਕਣਾਂ ਦਾ ਗੈਪ ਹੈ, ਜੇ ਮੈਂ ਬਿਲਕੁਲ ਹੀ ਮਾਈਕਰੋਸਕੋਪ ਦੇ ਥੱਲੇ ਜਾ ਕੇ ਦੇਖੂੰਗਾ ਤਾਂ ਮੈਨੂੰ ਦਿਖੂਗਾ ਕਿ ਲੱਕੜ ਦੇ ਵਿੱਚ ਕਣਾਂ 'ਚ ਗੈਪ ਹੈ, ਤੇ ਉਹ ਗੈਪ ਦੇ ਵਿੱਚ ਹਵਾ ਹੈਗੀ ਆ। ਮਤਲਬ ਕੋਈ ਵੀ ਹਵਾ ਹੋ ਸਕਦੀ ਹੈ, ਤੁਹਾਡੀ ਆਕਸੀਜਨ ਹੋ ਸਕਦੀ ਹੈ, ਤੁਹਾਡੀ ਮਿਥੇਨ ਹੋ ਸਕਦੀ ਹੈ, ਹਾਈਡਰੋਜਨ ਹੋ ਸਕਦੀ ਹੈ, ਕੁਝ ਵੀ ਹੋ ਸਕਦਾ, ਪਾਣੀ ਵੀ ਹੋ ਸਕਦਾ, ਇਹਦੇ ਅੰਦਰ ਕੁਝ ਵੀ ਹੋ ਸਕਦਾ, ਠੀਕ ਹੈ। ਇਹ ਕਣਾਂ ਦੇ ਅੰਦਰ ਹੋਰ ਚੀਜ਼ਾਂ ਭਰੀਆਂ ਜਾਂਦੀਆਂ, ਮਤਲਬ ਜਿਹੜਾ ਵਿੱਚ ਗੈਪ ਹੈ ਇਹਦੇ ਅੰਦਰ ਹੋਰ ਚੀਜ਼ਾਂ ਭਰੀਆਂ ਜਾਂਦੀਆਂ। ਹੁਣ ਜੇ ਤੁਸੀਂ ਇਸੇ ਚੀਜ਼ ਨੂੰ ਕੰਪੇਅਰ ਕਰੋਗੇ, ਇਸੇ ਚੀਜ਼ ਨੂੰ ਕੰਪੇਅਰ ਕਰੋਗੇ ਇੱਕ ਜਿਹੜਾ ਲੋਹੇ ਦਾ ਕੋਈ ਵੀ ਟੁਕੜਾ ਹੈ, ਜਿਹੜਾ ਲੋਹਾ ਤੁਹਾਡਾ, ਲੋਹੇ ਦੇ ਅੰਦਰ ਕੀ ਹੁੰਦਾ, ਲੋਹਾ ਇੰਨਾ ਭਾਰੀ ਆਪਸ ਜੁੜਿਆ ਹੋਇਆ, ਚਾਹੇ ਛੋਟਾ ਜਿਹਾ ਹੋਵੇ, ਉਹ ਭਾਰੀ ਇੰਨਾ ਕਿਉਂ ਹੁੰਦਾ, ਕਿਉਂਕਿ ਉਹਦੇ ਸਾਰੇ ਕਣ ਆਪਸ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਆ, ਸਾਰੇ ਦੇ ਸਾਰੇ ਕਣ ਆਪਸ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਆ, ਠੀਕ ਹੈ। ਤਾਂ ਇੱਕ ਪਾਸੇ ਲੱਕੜ ਹੈ, ਇੱਕ ਪਾਸੇ ਲੋਹਾ, ਇਹ ਦੋਨੋਂ ਚੀਜ਼ਾਂ ਇਦਾਂ ਦਿਖ ਰਹੀਆਂ ਕਿ ਲੱਕੜ ਥੋੜੀ ਖੁੱਲੀ ਜਗ੍ਹਾ ਪਈ ਹੈ, ਤੇ ਲੋਹਾ ਬਿਲਕੁਲ ਹੀ ਸਾਰੇ ਕਣ ਇੱਕ ਆਪਸ ਜੁੜੇ ਹੋਏ ਆ, ਉਹ ਹਵਾ ਨੂੰ ਜਗ੍ਹਾ ਹੀ ਨਹੀਂ ਦਿੰਦੇ। ਇਹਦਾ ਅਸਰ ਕਿੱਥੇ ਹੁੰਦਾ, ਹੁਣ ਮੰਨ ਲਓ ਇੱਕ ਪਾਣੀ ਦਾ ਭਰਿਆ ਹੋਇਆ ਕੋਈ ਵੀ ਟੱਬ ਆ, ਕੋਈ ਵੀ ਪਾਣੀ ਦਾ ਭਰਿਆ ਹੋਇਆ ਤਲਾਬ ਆ, ਕੁਝ ਵੀ ਹੈ, ਠੀਕ ਹੈ। ਇਹਦੇ ਅੰਦਰ ਆ ਪਾਣੀ ਭਰਿਆ ਹੋਇਆ, ਪਾਣੀ ਦਾ ਰੰਗ ਦੇ ਦਈਏ, ਆ ਪਾਣੀ ਦਾ ਸਤਹ ਬਣੀ ਹੋਈ ਹੈ, ਪਾਣੀ ਹੈ। ਹੁਣ ਜੇ ਮੈਂ ਇਹਦੇ ਅੰਦਰ ਆ ਲੱਕੜ ਦਾ ਟੁਕੜਾ ਸਿੱਟੂਗਾ, ਦੇਖੋ ਆਪਾਂ ਦੇਖਦੇ ਹਾਂ ਥੋੜਾ ਜਿਹਾ ਡੁੱਬਦਾ, ਬਾਕੀ ਦਾ ਸਾਰਾ ਇਹ ਉੱਤੇ ਤੈਰਨ ਲੱਗ ਜਾਂਦਾ ਹੈ, ਲੱਕੜ ਉੱਤੇ ਤੈਰਨ ਲੱਗ ਜਾਂਦੀ ਹੈ ਇਸ ਤਰੀਕੇ ਨਾਲ, ਠੀਕ ਹੈ। ਲੱਕੜ ਡੁੱਬਦੀ ਨਹੀਂ ਹੈ, ਲੱਕੜ ਤੈਰਨ ਲੱਗ ਜਾਂਦੀ ਹੈ। ਉੱਥੇ ਹੀ ਮੈਂ ਇੱਕ ਲੋਹੇ ਦੀ ਗੇਂਦ ਬਣਾ ਕੇ ਸਿੱਟੂਗਾ, ਲੋਹਾ ਪੱਕਾ ਡੁੱਬ ਜਾਊਗਾ, ਲੋਹੇ ਦਾ ਕੁਝ ਵੀ ਸਿੱਟੂਗਾ, ਲੋਹਾ ਤੈਰੂਗਾ ਨਹੀਂ, ਲੋਹਾ ਡੁੱਬ ਜਾਊਗਾ। ਇਹ ਕਿਉਂ ਹੁੰਦਾ ਕਿ ਲੱਕੜ ਤੈਰ ਰਹੀ ਹੈ ਤੇ ਲੋਹਾ ਡੁੱਬ ਗਿਆ? ਇਹ ਚੀਜ਼ ਇਸ ਤੇ ਪੈਂਦਾ ਕਿ ਕਿਹੜੀ ਚੀਜ਼ ਕਿੰਨੀ ਸੰਘਣੀ ਹੈ, ਕਿੰਨੀ ਜ਼ਿਆਦਾ ਜੁੜੀ ਹੋਈ ਹੈ। ਦੇਖੋ ਹੁਣ ਹੁੰਦਾ ਕੀ ਹੈ, ਲੱਕੜ ਦੇ ਅੰਦਰ ਜਿਹੜਾ ਪਾਣੀ ਹੈ, ਪਾਣੀ ਦੇ ਅੰਦਰ ਹਵਾ ਨਹੀਂ ਹੈ ਨਾ, ਪਾਣੀ ਤਾਂ ਸਾਰਾ ਹੀ ਆਪਸ, ਸਾਰਾ ਦਾ ਸਾਰਾ ਪਾਣੀ ਹੈ। ਇਹ ਪਾਣੀ ਦੇ ਅੰਦਰ ਆਕਸੀਜਨ ਹੁੰਦੀ ਹੈ, ਪਰ ਉਹ ਡਿਸੋਲਵਡ ਹੀ ਹੁੰਦੀ ਹੈ, ਉਹ ਵੀ ਲਿਕੁਇਡ ਹੀ ਹੁੰਦੀ ਹੈ, ਪਰ ਆਪਣੇ ਆਪ 'ਚ ਕਿਤੇ ਹਵਾ ਨਹੀਂ ਹੈ। ਹੁਣ ਹਵਾ ਪਾਣੀ ਨਾਲ ਤਾਂ ਹਲਕੀ ਹੈ ਨਾ, ਹਵਾ ਤਾਂ ਉੱਤੇ ਹੀ ਰਹੂਗੀ। ਇਸ ਕਾਰਨ ਹੁੰਦਾ ਕੀ ਹੈ, ਆ ਦੇਖੋ ਜਿਹੜੀ ਲੱਕੜ ਜਦੋਂ ਆਪਾਂ ਪਾਣੀ ਤੇ ਸਿੱਟਦੇ ਹਾਂ, ਜਿਹੜੇ ਅੰਦਰ ਆ ਜਿਹੜੀ ਲੱਕੜ ਦੇ ਅੰਦਰ ਹਵਾ ਸੀ ਨਾ, ਹਵਾ ਦੇ ਕਾਰਨ ਇਹ ਤੇ ਉਲਟੀ ਫੋਰਸ ਲੱਗਦੀ ਹੈ ਨਾ, ਉੱਤੇ ਨੂੰ ਧੱਕਾ ਮਾਰਦੀ ਹੈ। ਪਾਣੀ ਤੋਂ ਹਵਾ ਹਲਕੀ ਹੈ, ਹਵਾ ਉੱਤੇ ਨੂੰ ਜਾਂਦੀ ਹੈ। ਇਸ ਕਾਰਨ ਜਿਹੜੀ ਲੱਕੜ ਹੈ, ਕਿਉਂਕਿ ਲੱਕੜ ਸਾਰੀ ਦੀ ਸਾਰੀ ਆਪਣੇ ਕਣਾਂ ਨਾਲ ਨਹੀਂ ਬਣੀ ਹੋਈ, ਉਹਦੇ ਅੰਦਰ ਹਵਾ ਵੀ ਭਰੀ ਹੋਈ ਹੈ, ਇਸ ਕਾਰਨ ਤੁਹਾਡੇ ਫਰਕ ਪੈਂਦਾ ਕਿ ਉੱਥੇ ਕੀ ਕਹਿੰਦੇ ਇਹਨੂੰ, ਹਾਂ, ਕਿ ਤੁਹਾਡੇ ਲੱਕੜ ਉੱਤੇ ਆ ਜਾਂਦੀ ਹੈ। ਉਹੀ ਲੋਹੇ ਦੇ ਸਾਰੇ ਕਣ ਆਪਸ ਇੱਕ ਦੂਜੇ ਨਾਲ ਜੁੜੇ ਹੋਏ ਆ, ਇਸ ਕਾਰਨ ਉਹ ਸਾਰਾ ਦਾ ਸਾਰਾ ਥੱਲੇ ਡੁੱਬ ਜਾਂਦਾ ਹੈ, ਤੇ ਆਪਸ ਜਗ੍ਹਾ ਨਾ ਹੋਣ ਕਾਰਨ ਉਹ ਜ਼ਿਆਦਾ ਸੰਘਣਾ ਹੈ, ਠੀਕ ਹੈ। ਤਾਂ ਇੱਥੇ ਆਹ ਜਿਹੜਾ ਤੁਹਾਡੀ ਲੱਕੜ ਹੈ, ਇਹਦਾ ਇੱਕ ਹੋਰ ਵੀ ਤੁਸੀਂ ਇੱਕ ਹੋਰ ਐਗਜ਼ਾਮਪਲ ਵੀ ਲਗਾ ਲਓ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਵੀ ਦੇ ਦਿੰਦਾ। ਹੁਣ ਆ ਇੱਕ ਹੋਰ ਕੋਈ ਤੁਹਾਡਾ ਉਹੀ ਟੱਬ ਲਗਾ ਲਓ, ਕੁਝ ਵੀ ਲਗਾ ਲਓ। ਹੁਣ ਇਹਦੇ ਅੰਦਰ ਆਹ ਪਾਣੀ ਭਰਿਆ ਹੋਇਆ, ਹੁਣ ਦੇਖੋ ਪਾਣੀ ਦੇ ਅੰਦਰ, ਚਾਹੇ ਇਸ ਮੱਗ ਦੇ ਅੰਦਰ, ਟੱਬ ਦੇ ਅੰਦਰ ਤੁਸੀਂ ਪਹਿਲਾਂ ਤੇਲ ਪਾਇਆ ਹੋਇਆ ਜਾਂ ਉਦੋਂ ਬਾਅਦ
ਤੁਸੀਂ ਮਤਲਬ ਬਾਅਦ ਚ ਉੱਤੋਂ ਦੀ ਤੇਲ ਪਾਤਾ। ਦੇਖੋ ਤੇਲ ਕਦੀ ਵੀ ਤੁਹਾਡੇ ਪਾਣੀ ਨਾਲ ਮਿਕਸ ਨਹੀਂ ਹੁੰਦਾ। ਤੇਲ ਕੀ ਹੋਊਗਾ, ਇੱਕ ਉੱਤੇ ਆਹ ਇਦਾਂ ਸਭ ਤੋਂ ਉੱਤੇ ਇੱਕ ਲੇਅਰ ਜੀ ਆਪਣੀ ਖੁਦ ਦੀ ਬਣਾ ਲਊਗਾ। ਉਹ ਇਸੇ ਲਈ ਬਣਾਉਂਦਾ ਹੈ ਕਿਉਂਕਿ ਜਿਹੜਾ ਤੇਲ ਹੈ ਇਹ ਪਾਣੀ ਨਾਲੋਂ ਘੱਟ ਸੰਘਣਾ ਹੈ ਜਿਹੜਾ ਤੇਲ ਹੈ, ਠੀਕ ਹੈ। ਜੇ ਜ਼ਿਆਦਾ ਸੰਘਣਾ ਹੁੰਦਾ ਤਾਂ ਇਹ ਡੁੱਬ ਜਾਂਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਫਰਕ ਪੈਂਦਾ। ਹੁਣ ਜਿਹੜੀ ਆਹ ਚੀਜ਼ ਹੈ ਕਿ ਜਿਹੜੀ ਆਹ ਫੋਰਸ ਹੁੰਦੀ ਹੈ, ਜਿਹੜੀ ਆਹ ਚੀਜ਼ਾਂ ਨੂੰ ਉੱਤੇ ਨੂੰ ਧੱਕਾ ਮਾਰ ਰਹੀ ਹੈ, ਇਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਬੋਇੰਸੀ, ਤੇ ਪੰਜਾਬੀ ਵਿੱਚ ਆਪਾਂ ਕਵਾਂਗੇ ਜਿਹੜੀ ਫੋਰਸ ਆਪਣੀ ਉਛਾਲ ਦਿੰਦੀ ਹੈ। ਉਛਾਲ ਦਿੰਦੀ ਹੈ, ਠੀਕ ਹੈ। ਤਾਂ ਪਾਣੀ ਦੇ ਅੰਦਰ ਇਹਨਾਂ ਨੂੰ ਇਹ ਹਵਾ ਦੇ ਕਾਰਨ ਉਛਾਲ ਆਉਂਦਾ ਤਾਂ ਬਾਹਰ ਜਾ ਰਹੀ ਹੈ, ਠੀਕ ਹੈ। ਕਲੀਅਰ ਹੈ? ਇਸ ਤਰੀਕੇ ਨਾਲ ਆਹ ਚੀਜ਼ ਤੁਹਾਡੀ ਬਣਦੀ ਹੈ, ਠੀਕ ਹੈ। ਇਹ ਸੀਗਾ ਤੁਹਾਡਾ ਘਣਤਾ ਜਾਂ ਡੈਂਸਿਟੀ ਦਾ ਕੰਸੈਪਟ। ਹੁਣ ਹੁੰਦਾ ਕੀ ਹੈ, ਮਤਲਬ ਇੱਕ ਕੰਸੈਪਟ ਆਪਣੇ ਕੰਮ ਦਾ ਕਿੱਥੇ ਹੈ। ਦੇਖੋ ਜੇ ਮੈਂ ਕੋਈ ਕਿੱਦਾਂ ਦਾ ਕੰਟੇਨਰ ਫੇਰ ਲੈਣਾ ਹੈ, ਕੰਟੇਨਰ ਦੇ ਅੰਦਰ ਮੈਂ ਅੱਡ-ਅੱਡ ਚੀਜ਼ਾਂ ਪਾ ਦਿੰਦਾ ਜਿਨ੍ਹਾਂ ਦੀ ਅੱਡ-ਅੱਡ ਮਤਲਬ ਅੱਡ-ਅੱਡ ਲੈਵਲ ਦੇ ਉਹਨਾਂ ਦੀ ਘਣਤਾ ਹੈਗੀ ਹੈ, ਡੈਂਸਿਟੀ ਹੈਗੀ ਹੈ। ਤਾਂ ਤੇ ਇਸ ਕੰਟੇਨਰ ਨੂੰ ਮੈਂ ਹਿਲਾਉਣਾ ਸ਼ੁਰੂ ਕਰਾਂ, ਠੀਕ ਹੈ। ਇਹ ਕੰਟੇਨਰ ਲਿਆ, ਇਸ ਕੰਟੇਨਰ ਮਤਲਬ ਆਪਾਂ ਕਈ ਵਾਰੀ ਉਹ ਤੁਸੀਂ ਮਾਰਕੀਟ ਦੇਖੋਗੇ ਕਈ ਵਾਰੀ ਇਦਾਂ ਦੀ ਚੀਜ਼ਾਂ ਆਉਂਦੀਆਂ ਵੀ ਹੈ ਕਿ ਸਾਰਾ ਕੁਝ ਮਿਕਸ ਹੋਇਆ ਹੋਇਆ, ਪਰ ਉਹਨੂੰ ਹਿਲਾਓਗੇ ਤਾਂ ਉਸ ਤੋਂ ਬਾਅਦ ਕੀ ਹੋਊਗਾ, ਉਹ ਨਾ ਅਰੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਸਭ ਤੋਂ ਜ਼ਿਆਦਾ ਸੰਘਣੀ ਚੀਜ਼ ਹੋਊਗੀ ਉਹ ਸਭ ਤੋਂ ਥੱਲੇ ਆ ਕੇ ਬਹਿ ਜਾਂਦੀ ਹੈ। ਜਿਹੜੀ ਸਭ ਤੋਂ ਜ਼ਿਆਦਾ ਹਲਕੀ ਚੀਜ਼ ਹੋਊਗੀ, ਜਿਹਦੀ ਆਪਸ ਸਭ ਤੋਂ ਜ਼ਿਆਦਾ ਗੈਪ ਹੋਣਗੇ, ਉਹ ਸਭ ਤੋਂ ਉੱਤੇ ਆ ਕੇ ਬਹਿ ਜਾਊਗੀ। ਤੇ ਇਸ ਤਰੀਕੇ ਨਾਲ ਆਪਣੇ ਆਪ ਦੇਖੋ ਜਿਹੜੀ ਪੂਰੀ ਧਰਤੀ ਬਣੀ ਹੈ ਨਾ, ਹੁਣ ਆਪਾਂ ਅਗਲੇ ਲੈਕਚਰ ਜਾ ਕੇ ਧਰਤੀ ਦੇ ਅੰਦਰ ਬਣਾਉਣਾ ਸ਼ੁਰੂ ਕਰਾਂਗੇ। ਸਾਰੀ ਧਰਤੀ ਪਿਛਲੇ ਅਰਬਾਂ ਸਾਲਾਂ ਤੋਂ ਜਿਹੜੀ ਇੱਥੇ ਵਸੀ ਹੋਈ ਹੈ, ਮਤਲਬ ਆਪਣੇ ਸੋਲਰ ਸਿਸਟਮ 'ਚ ਵਸੀ ਹੋਈ ਹੈ। ਧਰਤੀ ਅਰਬਾਂ ਸਾਲਾਂ ਦੇ ਅੰਦਰ ਕਿਉਂਕਿ ਘੁੰਮ ਰਹੀ ਹੈ ਲਗਾਤਾਰ, ਤੇ ਇਹਦੇ ਨਾਲ ਹੋਇਆ ਕੀ ਹੈ, ਕਿਉਂਕਿ ਹਿਲ ਹੁਲ ਕੇ ਜਿੰਨੇ ਵੀ ਭਾਰੀ ਚੀਜ਼ਾਂ ਸੀ ਉਹ ਧਰਤੀ ਦੇ ਬਿਲਕੁਲ ਥੱਲੇ ਜਾ ਕੇ ਬਹਿ ਗਈ ਹੈ, ਜਿਹੜੀਆਂ ਹਲਕੀਆਂ ਚੀਜ਼ਾਂ ਸੀ ਉੱਤੇ ਨੂੰ ਆ ਕੇ ਬਹਿ ਗਈਆਂ। ਇਹਦਾ ਜਿਹੜਾ ਇੱਕ ਕਨਸੈਪਟ ਹੈ, ਜਿਹੜਾ ਇਹਦਾ ਪਿੱਛੇ ਰਾਜ਼ ਹੈ, ਕਿਉਂਕਿ ਆਪਾਂ ਨੂੰ ਦੇਖੋ ਲੇਅਰ ਪੜ੍ਹਨ ਨੂੰ ਆਪਾਂ ਸਿੱਧਾ ਇੱਕ ਮੈਪ ਬਣਾਈਏ ਤੇ ਪੜ੍ਹਾਉਣਾ ਸ਼ੁਰੂ ਕਰ ਦਈਏ, ਠੀਕ ਹੈ। ਪਰ ਮੇਰਾ ਨਾ ਉਹ ਤਰੀਕਾ, ਨਾ ਮੈਂ ਉੱਦਾਂ ਕਰਵਾਉਣਾ ਚਾਹੁੰਦਾ, ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਇਹ ਚੀਜ਼ ਕਿਉਂ ਹੋ ਰਹੀ ਹੈ। ਜੇ ਤੁਸੀਂ ਉਹ ਸਿੱਖ ਗਏ, ਜਿਹੜਾ ਮਰਜ਼ੀ ਪੇਪਰ 'ਚ ਕੁਐਸਚਨ ਆ ਜਾਏ ਤੁਸੀਂ ਆਪਣੇ ਆਪ ਸੋਲਵ ਕਰ ਲਓਗੇ, ਜਿੱਦਾਂ ਮਰਜ਼ੀ ਸਟੇਟਮੈਂਟ ਆ ਜਾਏ। ਤਾਂ ਮੇਰੀ ਕੋਸ਼ਿਸ਼ ਤੁਹਾਨੂੰ ਇਹੀ ਹੈ ਕਿ ਮੈਂ ਇਸ ਤਰੀਕੇ ਨਾਲ ਜਿਹੜੇ ਮੇਰੇ ਸਟੂਡੈਂਟ ਆ, ਮੈਂ ਇਦਾਂ ਹੀ ਟ੍ਰੇਨ ਕਰਾਂ ਉਹਨਾਂ ਨੂੰ ਹਮੇਸ਼ਾ, ਕਿ ਉਹਨਾਂ ਨੂੰ ਇਦਾਂ ਦੀ ਚੀਜ਼ਾਂ ਹੀ ਆਉਂਦੀਆਂ ਹੋਣ। ਜਿਹੜਾ ਹੁਣ ਦੂਜਾ ਕੰਸੈਪਟ ਆਪਣਾ ਉਹ ਹੈਗਾ ਤੁਹਾਡੇ ਦਬਾਅ ਤੇ ਤਾਪਮਾਨ ਦਾ ਕੀ ਰਿਸ਼ਤਾ ਆਪਸ 'ਚ, ਤੁਹਾਡੇ ਦਬਾਅ ਤੇ ਤਾਪਮਾਨ ਦਾ ਕੀ ਰਿਸ਼ਤਾ, ਠੀਕ ਹੈ। ਇਹਨਾਂ ਦਾ ਆਪਸ ਸੰਬੰਧ ਪੜਨਾ ਆਪਣਾ, ਠੀਕ ਹੈ। यानी कि दबाव का मतलब है प्रेशर, तापमान का मतलब है टेंपरेचर, इन्हां दा की आपस रिश्ता आप इस चीज नूं पढ़ना है। देखो ये जिहड़ा रिश्ता हैगा, सब तो पहला मैं तुहानूं दसां एक इहदी, क्योंकि एक एग्जाम्पल अड्ड पऊगा, इहदा एक अपवाद अड्ड पऊगा, इहदी एक एक्सैप्शन अड्ड पऊगी। ये जिहड़ा थोड़ा आम तौर ते की रिश्ता हैगा, पहला आप उस चीज नूं पढ़दे हां। आम तौर ते जिहड़ा रिश्ता हैगा ना, इहनूं मैथमैटिकली जिवें आपां कहने आ इनवर्सली प्रोपोर्शनल है। ਇਹਦਾ ਕੀ ਮਤਲਬ ਹੁੰਦਾ ਹੈ, ਜੇ ਤੁਹਾਡਾ ਦਬਾਅ ਜ਼ਿਆਦਾ ਹੋਊਗਾ ਤਾਪਮਾਨ ਘੱਟ ਹੋਊਗਾ, ਜੇ ਤਾਪਮਾਨ ਜ਼ਿਆਦਾ ਹੋਊਗਾ ਦਬਾਅ ਘੱਟ ਹੋਊਗਾ, ਠੀਕ ਹੈ। ਜੇ ਤੁਹਾਡਾ ਉੱਚ ਦਬਾਅ ਹੋਇਆ ਤਾਂ ਉਹਦੇ ਨਾਲ ਆਪਣਾ ਹਮੇਸ਼ਾ ਘੱਟ ਤਾਪਮਾਨ ਹੋਊਗਾ। ਪਹਿਲਾਂ ਮੈਂ ਤੁਹਾਨੂੰ ਕਨਸੈਪਟ ਦਾ ਟੈਕਸਟ ਦੱਸਦਾ, ਫਿਰ ਇਹਦਾ ਪਿੱਛੇ ਕਿਉਂ ਹੁੰਦਾ ਉਹ ਵੀ ਦੱਸੂਗਾ। ਜੇ ਘੱਟ ਦਬਾਅ ਹੁੰਦਾ ਹੈ ਉੱਚ ਤਾਪਮਾਨ ਹੋਊਗਾ, ਇਹ ਚੀਜ਼ ਇੱਥੇ ਹੁੰਦੀ ਹੈ। ਹੁਣ ਇਸ ਚੀਜ਼ ਨੂੰ ਸਮਝਾਉਣ ਲੱਗੇ ਪਹਿਲਾਂ ਆਪਾਂ ਘਰੇਲੂ ਐਗਜ਼ਾਮਪਲ ਲੈਣੇ ਆ ਜਿਨ੍ਹਾਂ ਤੋਂ ਆਪਾਂ ਸਮਝਦੇ ਹਾਂ। ਦੋ ਚੀਜ਼ਾਂ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੱਸੂਗਾ। ਸਭ ਤੋਂ ਪਹਿਲਾ ਐਗਜ਼ਾਮਪਲ, ਮਤਲਬ ਪਹਿਲਾਂ ਘਰੇਲੂ ਐਗਜ਼ਾਮਪਲ ਦੋ ਦੱਸੂਗਾ।
पहला हैगा कि देखो आप जद भी कोई भी एक पैन या कोई भी चीज आप गैस उत्ते रखी, ਇਹਦੇ अंदर आप पानी भरिया सी, ठीक है, पानी भर के इन्हों आप गैस उत्ते रखता, थले अग बालती आप। हुण ਇਹਦੇ थले जो अग बाली हुई है आ उत्ते पानी की आप देखते हैं, पानी ना बुलबुले उठन लग जाते हैं, एक बुलबुले उठणगे, दूजा ये तो भाफ उठन लग जूगी। हुण ये भाफ क्यों उठ रही है ते बुलबुले इधर छाल क्यों मार रहे? देखो जद भी आप गर्मी दिन्ने हैं ना, किसी भी चीज नूं तापमान दिन्ने हैं, ਇਹਦੇ ਨਾਲ ਹੁੰਦਾ ਕੀ है, हर चीज फिर उही गल आ गई, पानी दे अंदर भी तो कण ही कण है। हुण जद भी कणां नूं आपां कोई भी ऊर्जा देवांगे, कोई भी तरीके नाल गर्मी देवांगे, ये हुंदा की है, इन्हां दे अंदर जिवें गर्मी आंदी है ना, इन्हां दे अंदर शक्ति आ जाती है, ਉਹਦੇ ਕਾਰਨ ਇਹ ਹਿੱਲਣ ਲੱਗ ਜਾਂਦੇ ਆ, ठीक है, चार्ज आ जाता है इन्हां दे अंदर, ये एनर्जी लेके हिलण लग जाते हैं। जब हिलणगे आपस टकराना शुरू करनगे, ठीक है, ये जदों आपस च टकराना शुरू करनगे, एक दूजे नूं टकरा के ये दूर दूर जाणगे, ठीक है, यही टकरा टकरा के जदों गर्मी बनती है, उस नाल ही थोड़ी भाफ बनन लग जाती है, ठीक है। मतलब जिहड़ी अग जिहड़ा काम कर रही है, अग अपने आप च गर्म किद्दां कर दिंदी है चीज़ां नूं। अग की कर रही है, जिहड़े आस पास जिन्ने भी हवा दे विच, जिवें आपां जिवें लोहड़ी ते अग बाली हुई है, हुण जे लोहड़ी ते अग बाली हुई है, आस पास गर्मी हो किद्दां रही है, जिहड़े हवा दे कण है उहदे आस पास, ਉਹ ਕੀ ਹੋ ਰਿਹਾ ਹੈ, ਉਹ ਗਰਮੀ ਦੇ ਕਾਰਨ ਉਹਨਾਂ ਦੇ ਅੰਦਰ એનર્ਜੀ ਆਈ ਜਾ ਰਹੀ ਹੈ, ਸ਼ਕਤੀ ਆਈ ਜਾ ਰਹੀ ਹੈ। ਹੁਣ ਜਦੋਂ ਉਹਨਾਂ ਦੇ ਅੰਦਰ ਸ਼ਕਤੀ ਆਊਗੀ, ਉਹ ਆਪਸ ਵਿੱਚ ਟਕਰਾਣਾ ਸ਼ੁਰੂ ਕਰਨਗੇ। ਦੇਖੋ ਇੱਕ ਚੀਜ਼ ਫ੍ਰਿਕਸ਼ਨ, ਜਦੋਂ ਆਪਾਂ ਜਦ ਵੀ ਹੱਥ ਵੀ ਇਦਾਂ ਰਗੜਦੇ ਆ, ਹੱਥ ਗਰਮ ਹੋਣੇ ਸ਼ੁਰੂ ਹੋ ਜਾਂਦੇ ਆ ਨਾ, ਕਿਉਂਕਿ ਆਪਣੇ ਜਿਹੜੇ ਹੱਥ ਦੇ ਦੋਨੋਂ ਪਾਸੇ ਕਣ ਹੈ, ਇਹ ਆਪਸ ਵਿੱਚ ਰਗੜ ਖਾ ਰਹੇ ਆ, ਰਗੜ ਖਾਣਗੇ ਗਰਮੀ ਆਊਗੀ। ਇਸੇ ਤਰੀਕੇ ਨਾਲ ਇਹ ਸਾਰੇ ਕਣ ਗਰਮ ਹੋਣੇ ਸ਼ੁਰੂ ਹੁੰਦੇ ਆ। ਤਾਂ ਇਸੇ ਚੀਜ਼ ਨਾਲ मतलब इदा ही आप सारिया चीज़ां गर्म करते हैं। तो अग जी सिर्फ है, वो सिर्फ शक्ति दे रही है उन्होंने, फिर कण आपस टकरा टकरा के गर्म होंगे। जदों कण आपस टकराणगे, देखो जिन्नी गर्मी वधदी जाऊगी, जिन्नी ऊर्जा वधदी जाऊगी, उन्ना ज्यादा टकराना शुरू करनगे, उन्ना एक दूजे तो दूर जाना शुरू करनगे। जदों एक दूजे तो यह दूर जाना शुरू करते, एक दूजे तो दूर फैलना शुरू होंगे है, तो फिर हुंदा की है, जब एक दूजे तो टकराना शुरू होए, दूर जाना शुरू होए, तो आपस इन्हां दे गैप वध जांदा है, ठीक है। हुण ये जिहड़ा अग दा एग्जाम्पल है, मैं ये तो पानी हटा देना, सिर्फ एक मान लो कि इकदां पैन पिया होया सी, पैन दे अंदर हवा दे कण होने हैं, क्योंकि मैं तुहानूं दस्सिया हवा हर जगह नूं भर लैंदी है। हुण जद इहनूं आपां ऊर्जा देनी शुरू कीती, तो ये आपस सारे दे सारे टकराने शुरू हो गए। ਹੁਣ ਜਦੋਂ ਇਹ ਆਪਸ ਟਕਰਾਣੇ ਸ਼ੁਰੂ ਹੋ ਗਏ, ਕੋਈ ਨਾ ਕੋਈ ਰਸਤਾ ਲੱਭਣਗੇ ਕਿ ਇੱਕ ਦੂਜੇ ਤੋਂ ਦੂਰ ਜਾ ਸਕਣ, ਤਾਂ ਹੀ ਟਕਰਾਣਾ ਬੰਦ ਕਰਨਗੇ। ਪਰ ਜਦੋਂ ਇੱਕ ਦੂਜੇ ਤੋਂ ਦੂਰ ਜਾਣਗੇ, ਇਹਨਾਂ ਦੇ ਵਿੱਚ ਦੇਖੋ, ਇਹ ਜੇ ਪਹਿਲਾਂ ਆਸ-ਪਾਸ ਬਿਲਕੁਲ ਜਦ ਤੱਕ ਆਪਾਂ ਅੱਗ ਨਹੀਂ ਬਾਲੀ ਹੋਈ ਸੀ, ਇੱਕ ਦੂਜੇ ਦੇ ਆਸ-ਪਾਸ ਸਿੱਧਾ ਬੈਠੇ ਹੋਏ ਸੀ, ਗਰਮੀ ਇਹ ਟਕਰਾਣਾ ਸ਼ੁਰੂ ਹੋਏ, ਇਹ ਸ਼ਾਇਦ ਇੱਕ ਦੂਜੇ ਤੋਂ ਦੂਰ-ਦੂਰ ਚਲੇ ਗਏ। ਹੁਣ ਜਦੋਂ ਇੱਕ ਦੂਜੇ ਤੋਂ ਦੂਰ-ਦੂਰ ਚਲੇ ਗਏ, ਦੇਖੋ ਹਵਾ ਦੇ ਅੰਦਰ ਕੀ ਹੁੰਦਾ ਨਾ, ਵਿੱਚ ਖਾਲੀਪਨ ਆ ਜਾਂਦਾ ਹੈ, ਹਵਾ ਵਿੱਚ ਐਕਚੁਅਲੀ ਖਾਲੀ ਵੀ ਹੋ ਜਾਂਦੀ ਹੈ। देखो जो खाली हो जूगी, जो विच हवा दे गैप वज जूगा, इनू ही आपां कहने हैं कि जिहड़ा थोड़ा दबाव आ, दबाव जिहड़ा है सीगा थोड़ा, दबाव सॉरी, जिहड़ा थोड़ा दबाव सीगा, ये थोड़ा दबाव अपने आप ही घट हो गया, ठीक है। तो यानी कि जद आपां तापमान वधाया सी, आ वाला एग्जाम्पल, जो आपां तापमान वधाया, ये आपस टकराने शुरू हुए, टकराण के कारण एक दूजे तो दूर चले गए, दूर जाण कारण इन्हां दा दबाव घट हो गया, ठीक है, क्योंकि आपस इन्हां दे काफी वड्डा गैप आ गया, इनू ही आपां कहने हैं दबाव घट हो गया। देखो दबाव की हुंदा, प्रेशर हुंदा कि जोर लगाना, जोर विच चीज़ां एक दूजे नाल जुड़ियां होणियां चाहीदियां। हुण मैं तुहानूं कहांगा इत्थे जाके धक्का मारो इस चीज़ नूं, उस चीज़ से दबाव ला रहे हो ना तुसीं, जोर ला रहे हो ते ਤਾਂ ਹੀ ਲਾ ਪਾਉਂਗੇ। ਜੇ ਉਹਦੇ ਕੋਲੇ ਜਾ ਕੇ ਖੜੇ ਹੋਣਗੇ ਤੇ ਉਹਨੂੰ ਧੱਕਾ ਮਾਰੋਗੇ, ਦੂਰੋਂ ਦੀ ਖੜਾ ਮੈਂ ਇੱਥੋਂ ਦੀ ਹਵਾ ਇਦਾਂ ਹੱਥ ਹਿਲਾਈ ਜਾਵਾਂ, ਉਹਨੇ ਥੋੜੀ ਹਿੱਲਣਾ। ਫਿਰ ਮੈਨੂੰ ਜਾ ਕੇ ਉਹਦੇ ਉੱਤੇ ਆਪਣਾ ਦਬਾਅ ਬਣਾਉਣਾ ਪਊਗਾ, ਜਿਵੇਂ ਕੋਈ ਗਲਾਸ ਹੀ ਚੱਕਣਾ, ਦਬਾਅ ਨਾਲ ਇਹਨੂੰ ਚੱਕਣਾ ਪਊਗਾ, ਤਾਂ ਜਾ ਕੇ ਚੀਜ਼ ਚੱਲੂਗੀ। ਦਬਾਅ ਨਾਲ ਮਤਲਬ ਕੋਲੇ ਲਿਆਉਣਾ ਪੈਣਾ, ਫੜਨਾ ਪੈਣਾ। ਤਾਂ ਜਿੰਨੇ ਕਣ ਕੋਲੇ ਹੋਣਗੇ ਉਹਨਾਂ ਦਬਾਅ ਜ਼ਿਆਦਾ ਹੁੰਦਾ, ਜਿੰਨੇ ਕਣ ਇੱਕ ਦੂਜੇ ਤੋਂ ਦੂਰ ਚਲੇ ਜਾਣਗੇ ਉਹਨਾਂ ਦਬਾਅ ਘੱਟ ਹੁੰਦਾ। ਤਾਂ ਦੂਰ ਉਦੋਂ ਹੀ ਜਾਣਗੇ ਜਦੋਂ ਗਰਮੀ, ਆਪਸ ਊਰਜਾ ਇੰਨੀ ਜ਼ਿਆਦਾ ਕਿ ਆਪਸ ਹਿੱਲੀ ਜਾ ਰਹੇ ਆ, ਤੇ ਹਿੱਲਣ ਦੇ ਕਾਰਨ ਜੇ ਇਹਨਾਂ ਦੇ ਕੋਈ ਹੋਰ ਵੀ ਹਿੱਲ ਰਹੇ, ਆਪਸ ਟਕਰਾਣਗੇ, ਤਾਂ ਇਹ ਦੂਰ ਚਲੇ ਜਾਂਦੇ, ਤਾਂ ਕਿ ਹਿੱਲ ਵੀ ਰਹੇ ਹੋਣ, ਦੂਰ ਦੂਰ ਹਿੱਲੀ ਜਾਣ।
आपस नहीं टकरा रहे तो इन्होंने दूर नहीं जाना पैना, तो इदा गैप वधा लिया इन्होंने आपस च। इस तरीके नाल थोड़े दबाव घट जाता है। हुण तुहानूं दूजा एग्जाम्पल देवां, देखो अज ही करे, दूजा तो वैसे ही इस्तेमाल करन तो पहलां तुसीं वैसे भी कदी नोटिस कीता ही होगा, पर अज होर ध्यान नाल नोटिस करियो। घर दा जाके फ्रीजर खोलियो, हुण घर दा फ्रीजर खोलोगे तुसीं एक चीज देखोगे, जिहड़ी हवा जिहड़ी फ्रीजर तो आ रही है वो हवा ना थल्ले नूं जा रही है। जिहड़ी फ्रीजर दे अंदरों ठंडी हवा आंदी है वो सारी थल्ले नूं जा रही हुंदी है, ठीक है। जिवें तुसीं दरवाजा खोलोगे देखो वो हवा थल्ले नूं आ रही हुंदी है, ठीक है। ये हवा थल्ले नूं क्यों आ रही है? ਇਹਦਾ दूजा एग्जाम्पल ये भी देख सकते हो, जे जिवें घरे AC लग्या होया, आपां AC हमेशा थोड़े छत वल नूं लाने आ, थल्ले क्यों नहीं लगा देंदे कि सामने मैनूं हवा आवे? क्योंकि हुंदा की है, देखो जदों ठंडी हवा है, ठंडी हवा का मतलब है कि जिहड़े आ जिन्ने भी कण है, कण दे अंदर आपां कोई ऊर्जा नहीं रहन दिंदे, आपां कणां नूं कोई ऊर्जा नहीं दे रहे। ठंडा पैना सिर्फ गर्मी ही ऊर्जा दे सकती है, पर जे मैं गर्मी इत्थों बिल्कुल कढ़ती, कण थोड़े बिल्कुल शांत होके बह जाते हैं, पर जो शांत होणगे आपस जुड़ जाएंगे। तो जिवें ही आप तापमान गिराने हैं, ठीक है, घट तापमान हुंदा है, नाल दी नाल ही अपना दबाव आ जाता है, क्योंकि सारे आपस जुड़ के रहन लग गए, ठीक है। इसे लिए जे हुण AC मैं उत्ते लाया होया, AC दी हवा थल्ले नूं ही आऊगी अपने आप ही, क्योंकि ठंडी हवा भारी हो जाएगी, क्योंकि आपस जुड़ गई है। देखो जिहड़ी गर्म हवा हुंदी है वो हल्की भी हुंदी है, क्योंकि एक हवा दा तुसीं एक मान लो एक कंटेनर है, ये जिन्नी को हवा सीगी एक दूजे तो दूर दूर हो गई, कुछ कण निकल भी गए, ये चीज तो अपने आप ही हल्की होगी, उत्ते नूं जाऊगी। बाकी जिहड़ी ठंडा मैं किसी चीज नूं कीता, उत्थे सारे कण आपस च आके इकट्ठे होके बह जाणगे, तो एक सिंगल उहदे तौर ते गिरन लग जाणगे। तो ठंडी हवा थल्ले नूं गिरदी है, गर्म हवा उत्ते नूं जांदी है। इस तरीके नाल एक कंसैप्ट भी इसलिए आंदा है, क्योंकि जिहड़ी गर्म हवा है, जद भी थोड़ी गर्मी वधूगी वो हमेशा हवा नूं हल्का कर दूगी, ते जद भी थोड़ी किसी भी जगह ते ठंड होगी वो हवा नूं भारी कर दूगी, ते भारी चीज हमेशा थल्ले नूं आंदी है, ते हल्की चीज हल्की लिख देने, चलो ये उत्ते नूं जाऊगी, ठीक है। इस तरीके नाल हुण इहदा कंसैप्ट अपने रोज दे दिनां विच कित्थे आंदा? देखो मान लो कि आह अपनी धरती है, पूरा थोड़ा सूरज निकलिया होया, कोई बदल नहीं है, कुछ नहीं है, गर्मियां का दिन है, मई जून के दिन मान लो पूरी गर्मी पै रही है, सूरज सीधा गर्मी बरसा रहा पूरा, तो अपनी धरती की होगी, देखो क्योंकि जिहड़ी मिट्टी है, तुसीं कई बार नंगे पैर आप बाहर चले जाते हैं, तो आप जाके की देखते हैं कि आह जिहड़ी पूरी धरती है ये जल रही हुंदी है। इस तरीके नाल पूरी दी पूरी धरती थोड़ी जलन लग जाती है, जल रही हुंदी है। हुण जदों ये धरती थोड़ी जल रही है, ये आपां नूं जल्दी क्यों महसूस होंदी है? क्योंकि सीधी धुप्प पै रही है, इत्थे सारे मिट्टी दे कण गर्म होण लग गए। हुण जदों मिट्टी दे कण गर्म होणगे मिट्टी दे कण जिवें ही गर्म होणगे, ये नाल दी नाल अपने इत्थों ऊर्जा मतलब अपने इत्थों गर्मी कड्ढना शुरू कर देणगे, क्योंकि एक हद तो बाद कोई भी चीज गर्मी नहीं सहन कर सकती, अपनी गर्मी कड्ढना शुरू करनगे। पर ये जो गर्मी कड्ढना, देखो गर्मी तां ही कड्ढी जा सकती है जो तुसीं किसी होर नूं गर्मी दे दो, ट्रांसफर कर दो। हुण जदों ये गर्मी जिहड़ी इहदे बिल्कुल उत्ते वाली हवा है, इत्थे गर्मी तुसीं ट्रांसफर इन्हां ने करनी शुरू करती, ठीक है। जिहड़ी इहदे बिल्कुल धरती दे बिल्कुल उत्ते हवा सी, अपनी जमीन दे बिल्कुल उत्ते जिहड़ी हवा सी, इनू गर्मी देनी शुरू करती, क्योंकि थल्ले आह तप रहा एक तरीके नाल, बालन ही है एक तरीके नाल, सारी सारी अग ही लगी पई है उहदे उत्ते, तां उत्ते वाली जिहड़ी उहदे बिल्कुल जिहड़ी उत्ते हवा होगी ना, इनू ये गर्म करना शुरू कर दूगी, क्योंकि अपनी गर्मी ऊर्जा के तौर पर छड्डनी शुरू करती। हुण ये गर्म होणगे तो एक दूजे तो दूर भजना शुरू करनगे, तो अपने आप ही इन्हां विचों कुछ कण क्योंकि इत्थों उड़ चुके होणगे, होर उत्ते नूं जा चुके होणगे, इन्हां दे विच गैप वध जांदा है। ਤਾਂ ਹੁੰਦਾ ਕੀ ਹੈ, ਦੇਖੋ ਇੱਥੇ ਆਪਣਾ ਕੀ ਰਿਲੇਸ਼ਨ ਪੈਂਦਾ ਹੈ ਕਿ ਜਦੋਂ ਧੁੱਪ ਨਿਕਲੀ ਹੁੰਦੀ ਹੈ ਪੂਰੀ ਧਰਤੀ ਤੇ, ਤਾਂ ਆਪਣਾ ਕੀ ਹੁੰਦਾ, ਆਪਣੇ ਆਪ ਹੀ ਉੱਚ ਤਾਪਮਾਨ ਹੋਣਾ ਸ਼ੁਰੂ ਹੋ ਜਾਂਦਾ ਹੈ।
ठीक है, तापमान ਵਧਣਾ शुरू होया ਤਾਂ ਆਪਣਾ ਜਿਹੜਾ ਇੱਥੇ ਦਬਾਅ ਆਪਣੇ ਆਪ ਹੀ ਘੱਟ ਦਬਾਅ ਆਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਹੁਣ ਜਦੋਂ ਹਵਾ, ਤੁਹਾਨੂੰ ਮੈਂ ਇਹ ਵੀ ਦੱਸਿਆ ਸੀ, ਹਵਾ ਗਰਮ ਹੋਣ ਲੱਗੀ, ਗਰਮ ਹਵਾ ਹਲਕੀ ਹੋ ਜਾਂਦੀ ਹੈ, ਇਹ ਉੱਤੇ ਨੂੰ ਜਾਣਾ ਸ਼ੁਰੂ ਹੋ ਜਾਂਦੀ ਹੈ। ਆਪਣਾ ਜਿੰਨਾ ਵੀ ਐਟਮੋਸਫੀਅਰ ਹੈ, ਜਿਹੜੀ ਉੱਤੇ ਵਾਲੀ ਹਵਾ, ਕਿਸੇ ਜਗ੍ਹਾ ਤੇ ਜਾ ਕੇ ਤਾਂ ਹਵਾ ਠੰਡੀ ਹੋਈ ਪਈ ਹੋਗੀ ਨਾ, ਕਿਉਂਕਿ ਧਰਤੀ ਤੋਂ ਦੂਰ ਹੋ ਗਈ। ਉਹ ਹਵਾ ਨੂੰ ਜਿਵੇਂ ਦਿਖਦਾ ਕਿ ਇੱਥੇ ਆਹ ਗੈਪ ਬਣਿਆ ਹੋਇਆ ਹੈ, ਇੱਥੇ ਵਿੱਚ ਗੈਪ ਬਣ ਗਿਆ, ਇੱਥੋਂ ਠੰਡੀ ਹਵਾ ਥੱਲੇ ਨੂੰ ਆਉਣਾ ਸ਼ੁਰੂ ਕਰਦੀ ਹੈ ਕਿ ਮੈਂ ਆਹ ਵਾਲਾ ਜਿਹੜਾ ਗੈਪ ਹੈ ਇਹ ਸਾਰਾ ਭਰ ਲਾਂ। ਪਰ ਜਿਵੇਂ ਜਿਵੇਂ ਥੱਲੇ ਆਊਗੀ, ਆਹ ਗਰਮੀ ਤਾਂ ਹਜੇ ਵੀ ਨਿਕਲ ਰਹੀ ਹੈ ਧਰਤੀ ਤੋਂ, ਇਹ ਗਰਮ ਹੋ ਕੇ ਇਹ ਵੀ ਵਾਪਸ ਜਾਣਾ ਸ਼ੁਰੂ ਹੋ ਜਾਂਦੀ ਹੈ। ਤਾਂ ਇੱਕ ਤਰੀਕੇ ਨਾਲ ਆਹ ਪੂਰਾ ਤੋਂ ਪੂਰਾ ਜਿਹੜੀ ਹਵਾ ਦੀ ਰੋਟੇਸ਼ਨ ਹੈ, ਤੁਸੀਂ ਇਹ ਸਕੂਲ ਵਿੱਚ ਪੜ੍ਹਿਆ ਹੋਊਗਾ ਕਿ ਗਰਮ ਹਵਾ ਉੱਤੇ ਨੂੰ ਜਾਂਦੀ ਹੈ, ਠੰਡੀ ਹਵਾ ਥੱਲੇ ਨੂੰ ਆਉਂਦੀ ਹੈ। ਇਸ ਤਰੀਕੇ ਨਾਲ ਆਪਣਾ ਪੂਰਾ ਦਾ ਪੂਰਾ ਹਵਾ ਦਾ ਸਾਈਕਲ ਚੱਲ ਪੈਂਦਾ ਹੈ। ਇਹ ਸਾਈਕਲ ਚੱਲਣ ਦੇ ਪਿੱਛੇ ਕਾਰਨ ਇਹ ਹੈ ਕਿਉਂਕਿ ਠੰਡੀ ਹਵਾ ਜਿਹੜੀ ਐਟਮੋਸਫੀਅਰ ਦੇ ਉੱਤੇ ਹੈ, ਉਹ ਭਾਰੀ ਹੋਈ ਹੈ, ਉਹਨੂੰ ਬਸ ਜਗ੍ਹਾ ਚਾਹੀਦੀ ਸੀ ਕਿੱਥੇ ਗਿਰੇ, ਇਹਨੇ ਜਗ੍ਹਾ ਦਿੱਤੀ, ਉਹ ਗਿਰਨ ਨੂੰ ਇੱਧਰ ਨੂੰ ਆ ਗਈ, ਪਰ ਗਿਰਦੇ ਗਿਰਦੇ ਉਹ ਫਿਰ ਗਰਮ ਹੋ ਗਈ, ਉਹ ਫਿਰ ਉੱਤੇ ਨੂੰ ਚੱਲ ਪਈ। ਤਾਂ ਇਸ ਤਰੀਕੇ ਨਾਲ ਆਪਣੀ ਸਾਰੀ ਹਵਾ ਦਾ ਇੱਕ ਸਾਈਕਲ ਸ਼ੁਰੂ ਹੋ ਜਾਂਦਾ, ਇਸ ਤਰੀਕੇ ਨਾਲ ਆਪਣਾ ਸਾਰਾ ਸਾਈਕਲ ਬਣ ਜਾਂਦਾ। ਹੁਣ ਇਸ ਪੂਰੇ ਐਗਜ਼ਾਮਪਲ ਦਾ ਦੇਖੋ, ਇਹ ਆ ਆਮ ਦਿਨਾਂ ਵਿੱਚ, ਕਿਤੇ ਵੀ ਤੁਸੀਂ ਇਸ ਐਗਜ਼ਾਮਪਲ ਨੂੰ ਅਪਲਾਈ ਕਰੋਗੇ, ਆਮ ਦਿਨਾਂ 'ਚ ਇਹੀ ਐਗਜ਼ਾਮਪਲ ਹੈ। ਇਹਦਾ ਸਿਰਫ ਇੱਕ ਅਪਵਾਦ ਹੈ, ਉਹ ਹੈਗਾ ਜਦ ਤੁਹਾਡਾ ਪ੍ਰੈਸ਼ਰ ਤੇ ਟੈਂਪਰੇਚਰ ਬਿਲਕੁਲ ਸਿੱਧੇ ਹੋ ਜਾਂਦੇ, ਇਹਨਾਂ ਦਾ ਰਿਸ਼ਤਾ ਬਿਲਕੁਲ ਸਿੱਧਾ ਹੋ ਜਾਂਦਾ। ਇਹ ਕਦੋਂ ਹੁੰਦਾ? ਦੇਖੋ ਆਮ ਦਿਨਾਂ ਵਿੱਚ ਤੁਹਾਡੇ ਇਹ ਉਲਟੇ ਹੁੰਦੇ ਆ, ਤੁਸੀਂ ਦਬਾਅ ਵਧਾਓਗੇ, ਤੁਹਾਡਾ ਤਾਪਮਾਨ ਗਿਰ ਜਾਊਗਾ, ਤੁਸੀਂ ਤਾਪਮਾਨ ਵਧਾਓਗੇ, ਤੁਹਾਡਾ ਦਬਾਅ ਗਿਰ ਜਾਊਗਾ। ਪਰ ਇੱਕ ਤੁਹਾਡਾ ਅਪਵਾਦ ਯਾਨੀ ਕਿ ਐਕਸੈਪਸ਼ਨ ਹੈਗੀ ਹੈ, ਜਦੋਂ ਇਹ ਬਿਲਕੁਲ ਸਿੱਧੇ ਹੋ ਜਾਂਦੇ ਆ, ਯਾਨੀ ਕਿ ਇੱਥੇ ਹੁਣ ਜੇ ਤੁਸੀਂ ਦਬਾਅ ਵਧਾਓਗੇ, ਜੇ ਤੁਹਾਡਾ ਦਬਾਅ ਵਧਾਇਆ ਜਾ ਰਿਹਾ ਹੈ, ਤੇ ਇਹਦੇ ਨਾਲ ਹੀ ਜਿਹੜਾ ਤੁਹਾਡਾ ਤਾਪਮਾਨ ਹੈ, ਤਾਪਮਾਨ ਵੀ ਵਧੂਗਾ। ਜੇ ਤੁਸੀਂ ਦਬਾਅ ਗਿਰਾ ਰਹੇ ਹੋ, ਤੁਹਾਡਾ ਤਾਪਮਾਨ ਵੀ ਗਿਰੂਗਾ। ਇਹ ਕਦੋਂ ਹੁੰਦਾ ਹੈ? ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਜਿਹੜੇ ਦੇਖੋ, ਜਿਵੇਂ ਆਪਣੇ ਘਰ ਦੇ ਅੰਦਰ LPG ਦੇ ਜਿੰਨੇ ਸਿਲੰਡਰ, ਜਦੋਂ ਆਪਾਂ ਜਿਹੜੀ LPG ਗੈਸ ਖਰੀਦਦੇ ਹਾਂ, ਉਹਦੇ ਜਿਹੜੇ ਸਿਲੰਡਰ ਭਰੇ ਜਾਂਦੇ, ਉਹ ਕਿੱਦਾਂ ਭਰੇ ਜਾਂਦੇ ਆ, ਜਾਂ ਜਿਹੜੇ ਆਪਣੀ ਪਰਫਿਊਮ ਦੀਆਂ ਡੀਓਡਰੈਂਟ ਦੀਆਂ ਬੋਤਲਾਂ ਹੈਗੀਆਂ, ਉਹ ਕਿੱਦਾਂ ਭਰੀਆਂ ਜਾਂਦੀਆਂ। ਕੋਈ ਵੀ ਚੀਜ਼ ਜਿਹਦੇ ਅੰਦਰ ਹਵਾ ਨੂੰ ਬੰਦ ਕੀਤਾ ਹੋਇਆ, ਉਹ ਕਿੱਦਾਂ ਤੁਹਾਡੀ ਹਵਾ ਨੂੰ, ਠੀਕ ਹੈ, ਤੁਹਾਡੀ CNG ਭਰਵਾਉਣ ਜਾਂਦੇ ਹੋ, ਉਹਦੇ ਅੰਦਰ ਗੈਸ ਨੂੰ ਕਿੱਦਾਂ ਭਰਿਆ ਜਾਂਦਾ, ਇਹ ਸਾਰੀ ਚੀਜ਼ ਦੇਖੋ। ਹੁੰਦਾ ਕੀ ਆ, ਆਮ ਤੌਰ ਤੇ ਜਾਂ ਕੋਈ ਕੰਟੇਨਰ ਹੈ, ਹਰ ਕੰਟੇਨਰ ਦੇ ਅੰਦਰ ਹਵਾ ਖੁੱਲੀ ਘੁੰਮ ਰਹੀ ਹੁੰਦੀ ਹੈ। ਪਰ ਜੇ ਮੈਂ ਇਹਨੂੰ ਉੱਤੋਂ ਦੀ ਕਿਸੇ ਚੀਜ਼ ਨਾਲ ਬੰਦ ਕਰ ਦੂੰਗਾ, ਤੇ ਇਸ ਚੀਜ਼ ਨੂੰ ਥੱਲੇ ਨੂੰ ਇਹਦੇ ਉੱਤੇ ਦਬਾਅ ਦੇਣਾ ਸ਼ੁਰੂ ਕਰ ਦੂੰਗਾ। ਆਪਾਂ ਕੀ ਕਰਦੇ ਹਾਂ, ਜਿਵੇਂ ਕੋਈ ਕੰਟੇਨਰ ਹੈ, ਜਿਵੇਂ ਆ ਸਿਲੰਡਰ ਹੈ, ਸਿਲੰਡਰਸ ਨੂੰ ਉੱਤੋਂ ਦੀ ਬੰਦ ਕਰਕੇ ਹਵਾ ਨੂੰ ਨਾ ਥੱਲੇ ਨੂੰ ਧੱਕਾ ਮਾਰਿਆ ਜਾਂਦਾ। ਜਿਵੇਂ ਜਿਵੇਂ ਆਪਾਂ ਹਵਾ ਭਰੀ ਜਾਂਦੇ ਹਾਂ, ਹੋਰ ਜ਼ਿਆਦਾ ਧੱਕਾ ਮਾਰੀ ਜਾਂਦੇ ਹਾਂ। ਇਹਦੇ ਨਾਲ ਹੋਊਗਾ ਕੀ, ਦੇਖੋ ਹਵਾ ਤਾਂ ਪਹਿਲਾਂ ਹੀ ਅੰਦਰ ਸੀਗੀ, ਜਿਵੇਂ ਜਿਵੇਂ ਇਸ ਚੀਜ਼ ਨੂੰ, ਆ ਪਿਸਟਨ ਨੂੰ ਜਿਵੇਂ ਤੁਸੀਂ ਥੱਲੇ ਕਰਦੇ ਜਾਓਗੇ, ਹਵਾ ਲਈ ਗੈਪ ਘਟਦਾ ਜਾਊਗਾ। ਜਿਵੇਂ ਆ ਪਿਸਟਨ ਇੱਥੇ ਆ ਗਿਆ, ਹੁਣ ਹਵਾ ਸਿਰਫ ਇੰਨੀ ਕੁ ਜਗ੍ਹਾ ਐਗਜ਼ਿਸਟ ਕਰ ਸਕਦੀ ਆ, ਜਿੰਨੇ ਸਾਰੇ ਕਣ ਸੀ ਇਹ ਥੱਲੇ ਨੂੰ ਦੱਬੇ ਗਏ ਆ। ਹੁਣ ਜਦੋਂ ਇਹ ਸਾਰੇ ਥੱਲੇ ਨੂੰ ਦੱਬੇ ਜਾ ਰਹੇ, ਦੇਖੋ ਇੱਕ ਦੂਜੇ ਦੇ ਇੰਨੇ ਨਜ਼ਦੀਕ ਆ ਗਏ, ਵੈਸੇ ਹੀ ਟਕਰਾਣਾ ਸ਼ੁਰੂ ਕਰ ਦੇਣਗੇ। ਤਾਂ ਹੁਣ ਦੇਖੋ, ਇੱਕ ਪਾਸੋਂ ਤੁਸੀਂ ਦਬਾਅ ਲਗਾ ਰਹੇ ਹੋ, ਉੱਤੋਂ ਦੀ ਤੁਸੀਂ ਦਬਾਅ ਲਗਾ ਰਹੇ ਹੋ, ਤੇ ਦੂਜਾ ਇਹ ਆਪਸ ਟਕਰਾਣੇ ਸ਼ੁਰੂ ਹੋ ਗਏ। ਇਸ ਕਾਰਨ ਇਹਨਾਂ ਦਾ ਜਿਹੜਾ ਤਾਪਮਾਨ ਹੈ, ਉਹ ਵੀ ਵਧਣਾ ਇੱਥੇ ਸ਼ੁਰੂ ਹੋ ਗਿਆ। ਇਹ ਐਕਸੈਪਸ਼ਨ ਹੈ। ਇਹ ਆਪਾਂ ਜਦੋਂ ਮੇਨ ਜਿਓਗ੍ਰਾਫੀ ਕਰਾਂਗੇ, ਉਹਦੇ ਅੰਦਰ ਪਹਾੜਾਂ ਦੇ ਅੰਦਰ ਬਰਸਾਤ ਕਿੱਥੇ ਆਉਂਦੀ ਹੈ, ਕਨਸੈਪਟ ਉੱਥੇ ਜਾ ਕੇ ਵੀ ਲੱਗਦਾ, ਉਹ ਮੈਂ ਤੁਹਾਨੂੰ ਦੱਸੂਗਾ ਕਿੱਦਾਂ ਲੱਗਦਾ। ਪਰ ਇਹ ਮੈਂ ਤੁਹਾਨੂੰ ਦੱਸਿਆ ਕਿਉਂਕਿ ਜਦੋਂ ਆਪਾਂ ਮੇਨ ਜਿਓਗ੍ਰਾਫੀ ਕਰਾਂਗੇ, ਮੈਂ ਤੁਹਾਨੂੰ ਪੂਰੀ ਡਿਟੇਲ ਕਰਵਾਉਂਗਾ ਕਿਸ ਕਿਸ ਪ੍ਰਕਾਰ ਦੇ ਬੱਦਲ ਹੁੰਦੇ ਆ, ਉਹਨਾਂ ਨੂੰ ਕਿੱਦਾਂ ਪਹਿਚਾਣਿਆ ਜਾਂਦਾ, ਤਾਂ ਕਿ ਪੇਪਰ 'ਚ ਕੋਈ ਵੀ ਕੁਐਸਚਨ ਆ ਜਾਏ, ਆਪਾਂ ਨੂੰ ਸਭ ਆਉਂਦਾ, ਬਰਸਾਤ ਕਿਸ ਕਿਸ ਪ੍ਰਕਾਰ ਦੀ ਹੁੰਦੀ ਹੈ, ਦੁਨੀਆ 'ਚ ਕਿਹੜੇ ਇਲਾਕੇ 'ਚ ਕਿੱਦਾਂ ਦੀ ਬਰਸਾਤ, ਕਿੱਦਾਂ ਦੀ ਹਵਾ ਚੱਲਦੀ ਹੈ, ਉਹਦਾ ਵੀ ਪੂਰਾ ਤੋਂ ਪੂਰਾ ਟੇਬਲ ਕਰਵਾਉਂਗਾ। ਉਹ ਇੱਕ ਕਿਤਾਬ ਦੇ ਅੰਦਰ ਨਹੀਂ ਹੁੰਦਾ, ਮੈਂ ਬਹੁਤ ਸਾਰੀ ਕਿਤਾਬਾਂ ਤੋਂ ਜਿਹੜੇ ਆਪਣੇ ਨੋਟਸ ਬਣਾਏ ਆ, ਮੈਂ ਉਹਦੇ ਵਿੱਚੋਂ ਕਰਵਾਉਂਗਾ। ਤਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਕਿ ਤੁਹਾਨੂੰ ਜਿੰਨਾ ਮੈਂ ਇਸ ਸਾਰੇ ਮੋਡਿਊਲ ਦੇ ਅੰਦਰ ਪੜ੍ਹਾਉਣ ਵਾਲਾ ਹੈ, ਕੋਈ ਪੈਸੇ ਲੈ ਕੇ ਵੀ ਨਹੀਂ ਉਹਨਾਂ ਪੜ੍ਹਾਉਂਦਾ, ਪਰ ਮੇਰੀ ਕੋਸ਼ਿਸ਼ ਹੈ ਜਿਹੜਾ ਮੇਰਾ ਸਟੂਡੈਂਟ ਮੇਰੇ ਨਾਲ ਜੁੜਿਆ ਉਹਦਾ ਪੇਪਰ ਨਿਕਲੇ। ਤਾਂ ਪਲੀਜ਼ ਪੂਰੇ ਕੋਰਸ ਨੂੰ ਸਿੰਸੀਅਰਲੀ ਕਰਿਓ। ਥੋੜੇ ਟਾਈਮ 'ਚ, ਤੁਹਾਡੇ 10 ਲੈਕਚਰ ਤੋਂ ਬਾਅਦ, ਜਿਹੜਾ 11ਵਾਂ ਦਿਨ ਹੈ ਤਿਆਰੀ ਦਾ, ਉਦਣ ਤੁਹਾਡਾ 12ਵਾਂ ਦਿਨ ਹੈ ਜਿਹੜਾ ਤਿਆਰੀ ਦਾ, 10 ਲੈਕਚਰ ਤੋਂ ਬਾਅਦ ਇੱਕ ਆਪਣਾ ਕਨਸੈਪਟ ਦਾ ਵੀ ਪਹਿਲਾਂ ਲੈਕਚਰ ਹੋਇਆ, ਜਿਹੜਾ 12ਵਾਂ ਦਿਨ ਹੈ ਉਦਣ ਆਪਣਾ ਥੋੜਾ ਟੈਸਟ ਸੀਰੀਜ਼ ਦਾ ਵੀ ਹੈ। ਟਾਈਮ ਸੇ ਟੈਸਟ ਵੀ ਦਿਓ, ਜੋ ਵੀ ਨੰਬਰ ਆਏ ਮੇਰੇ ਨਾਲ ਸ਼ੇਅਰ ਵੀ ਕਰਿਓ, ਮੈਂ ਤੁਹਾਨੂੰ ਪੇਪਰ ਵੀ ਡਿਸਕਸ ਕਰੂੰਗਾ ਤੁਹਾਡੇ ਨਾਲ। ਇਸ ਤਰੀਕੇ ਨਾਲ ਆਪਾਂ ਸਭ ਕੁਝ
ਤਿਆਰੀ ਚੰਗੀ ਤਰ੍ਹਾਂ ਕਰਾਂਗੇ। ਥੈਂਕ ਯੂ, ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ ਵਿੱਚ।